ਧੰਨ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਪੰਥ ਦੇ ਗੁਰੂ ਅਤੇ ਸਾਰੀ ਮਾਨਵਤਾ ਦੇ ਰਹਿਬਰ ਚਾਨਣ ਮੁਨਾਰੇ। ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਗੁਰਤਾ ਗੱਦੀ ਪੁਰਬ ਹੈ। 1708 ਨੂੰ ਜਿਸ ਵਕਤ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਨਾਂਦੇੜ ਦੀ ਧਰਤੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਅਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪ ਜੋਤੀ ਜੋਤ ਸਮਾਏ। ਉਸ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ, ਉਸ ਘਟਨਾ ਨੂੰ ਮੁੱਖ ਰੱਖ ਕੇ ਇਹ ਦਿਹਾੜਾ ਜਿਹਨੂੰ ਆਪਾਂ ਕਹਿੰਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਪੁਰਬ। ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ, ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ, ਜਿਸ ਦੀ ਸਾਡੇ ਨਾਲ ਸਾਂਝ ਹੈ ਸ਼ਬਦ ਕਰਕੇ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਦੋਂ ਮਾਛੀਵਾੜੇ ਤੋਂ ਬਾਅਦ ਵੱਖ-ਵੱਖ ਥਾਵਾਂ ਤੋਂ ਹੁੰਦੇ ਹੋਏ ਸਾਬੋ ਕੀ ਤਲਵੰਡੀ ਪਹੁੰਚੇ ਤੇ ਸਾਬੋ ਕੀ ਤਲਵੰਡੀ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਜਦੋਂ ਕੁਝ ਸਮਾਂ ਬਿਤਾਇਆ ਤੇ ਉੱਥੇ ਹੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦਾ ਮੁੜ ਤੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਲੋਂ ਉਹ ਲਿਖਤੀ ਰੂਪ ਦੇ ਕੇ ਉਸ ਪਾਵਨ ਸਰੂਪ ਨੂੰ ਤਿਆਰ ਕਰਨ ਦੀ ਵਿਚਾਰ ਬਣੀ, ਜੋ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੇ ਸਮੇਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੰਪਾਦਿਤ ਹੋਇਆ। 1604 ਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਰਚਿਆ, ਸੰਪਾਦਨਾ ਕੀਤੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਗੁਰਸਿੱਖੀ ਨੂੰ ਜੋੜਿਆ। ਪਰ ਜਦੋਂ 10ਵੇਂ ਪਾਤਸ਼ਾਹ ਜੀ ਦਾ ਸਮਾਂ ਆਉਂਦਾ ਹੈ ਤੇ ਉਹ ਬੀੜ, ਉਹ ਪਾਵਨ ਸਰੂਪ, ਇਤਿਹਾਸ ਕਹਿੰਦਾ ਹੈ ਕਿ ਉਹ ਧੀਰ ਮਲੀਆਂ ਦੇ ਕੋਲ ਸੀ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਦੇਣ ਤੋਂ ਇਨਕਾਰ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਮੁੜ ਤੋਂ ਤਿਆਰ ਕੀਤਾ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਲੋਂ ਇਹ ਕਾਰਜ ਕੀਤਾ ਗਿਆ। ਭਾਈ ਮਨੀ ਸਿੰਘ ਜੀ ਦੇ ਕੋਲੋਂ ਇਹ ਸੇਵਾ ਲਈ ਗਈ ਗੁਰਬਾਣੀ ਦਾ ਇਹ ਪਾਵਨ ਸਰੂਪ ਲਿਖਣ ਦੀ, ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਲੋਂ ਦਮਦਮਾ ਸਾਹਿਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜੋ ਤਿਆਰ ਕੀਤਾ ਗਿਆ, ਰਚਿਆ ਗਿਆ, ਉਸ ਦੇ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਪਿਤਾ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਨੂੰ ਵੀ ਸ਼ਾਮਲ ਕਰ ਦਿੱਤਾ। ਇਸ ਦਿਹਾੜੇ ਨੂੰ ਆਪਾਂ ਕਹਿੰਦੇ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ। ਤੇ ਉਸ ਤੋਂ ਬਾਅਦ ਇਹ ਦਿਹਾੜਾ ਜੋ ਅੱਜ ਆਪਾਂ ਮਨਾ ਰਹੇ ਹਾਂ, ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨਾਂਦੇੜ ਗਏ ਤੇ ਇਸੇ ਹੀ ਦਮਦਮੀ ਬੀੜ ਦੇ ਕਈ ਉਤਾਰੇ ਵੀ ਹੋ ਚੁੱਕੇ ਸਨ। ਬਾਬਾ ਦੀਪ ਸਿੰਘ ਜੀ ਦੇ ਸੰਬੰਧ ਵਿੱਚ ਵੀ ਇਤਿਹਾਸ ਮਿਲਦਾ ਹੈ ਕਿ ਉਹਨਾਂ ਨੇ ਵੀ 4 ਸਰੂਪ ਤਿਆਰ ਕੀਤੇ, ਵੱਖ-ਵੱਖ ਥਾਵਾਂ ਤੇ ਭੇਜੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜਦੋਂ 1708 ਨੂੰ ਜੋਤੀ ਜੋਤ ਸਮਾਉਣ ਲੱਗੇ ਤੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਤਾ ਗੱਦੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਖਸ਼ਿਸ਼ ਕੀਤੀ। ਭਾਵ ਹੁਣ ਤੱਕ ਗੁਰੂ ਸਾਹਿਬ ਜੀ ਸਰੀਰ ਰੂਪ ਵਿੱਚ ਵਿਚਰਦੇ ਸਨ ਤੇ ਪਹਿਲੀ ਪਾਤਸ਼ਾਹੀ ਤੋਂ ਲੈ ਕੇ 10ਵੀਂ ਪਾਤਸ਼ਾਹੀ ਤੱਕ ਇਹ 10 ਜਾਮੇ ਲੱਗੇ। ਸਰੀਰ ਕਰਕੇ ਗੁਰੂ ਸਾਹਿਬ ਜੀ ਦਾ ਇਹ ਸਫ਼ਰ ਇੱਥੇ ਹੀ ਖਤਮ ਹੁੰਦਾ ਹੈ ਤੇ ਉਹ ਸਦਾ ਵਾਸਤੇ ਲੋਕਾਈ ਨੂੰ, ਸਿੱਖ ਪੰਥ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਦਿੰਦੇ ਹਨ ਕਿ ਅੱਜ ਤੋਂ ਗੁਰੂ ਗ੍ਰੰਥ ਸਾਹਿਬ ਜੀ ਹੀ ਤੁਹਾਡਾ ਗੁਰੂ ਹੈ। ਸੋ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਲੋਂ
ਜੋ ਸਦਾ ਲਈ ਸਾਨੂੰ ਗੁਰੂ ਦਿੱਤਾ ਗਿਆ। ਆਪਾਂ ਇਹਨੂੰ ਇੰਝ ਕਹਿ ਲਈਏ ਕਿ ਲੋਕਾਈ ਨੂੰ ਜਾਂ ਸਿੱਖਾਂ ਨੂੰ, ਸਾਰੀ ਦੁਨੀਆ ਨੂੰ, ਮਾਨਵਤਾ ਨੂੰ ਉਹ ਦਿੱਤਾ ਹੈ ਸ਼ਬਦ ਗੁਰੂ। ਸ਼ਬਦ ਗੁਰੂ ਦੇ ਲੜ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਸਾਨੂੰ ਲਾਇਆ ਹੈ। ਤੇ ਸ਼ਬਦ ਗੁਰੂ ਦੀ ਜੇ ਆਪਾਂ ਗੱਲ ਕਰੀਏ, ਤੇ ਜੇ ਬ੍ਰਹਮੰਡ ਦੀ ਰਚਨਾ ਦੀ ਆਪਾਂ ਵਿਚਾਰ ਕਰੀਏ, ਤੇ ਜਿੰਨੀ ਵੀ ਸਾਡੀ ਸਾਂਝ ਹੈ ਮਾਨਵਤਾ ਦੀ, ਮਨੁੱਖਤਾ ਦੀ, ਇਸ ਬ੍ਰਹਮੰਡ ਦੀ ਰਚਨਾ ਦੀ, ਉਹ ਸਾਰੀ ਸ਼ਬਦ ਤੇ ਹੀ ਹੈ। ਸ਼ਬਦ ਦੇ ਆਧਾਰ ਤੇ, ਸ਼ਬਦ ਤੋਂ ਹੀ ਬ੍ਰਹਮੰਡ ਦੀ ਉਤਪਤੀ ਗੁਰੂ ਸਾਹਿਬ ਬਾਣੀ ਵਿੱਚ ਜ਼ਿਕਰ ਕਰਦੇ ਨੇ। ਸ਼ਬਦ ਹੀ ਤੇ ਓਪਤ ਹੋਵੇ। ਓਪਤ ਭਾਵ ਉਤਪਤੀ ਸ਼ਬਦ ਤੋਂ ਹੀ ਹੋਈ ਹੈ। ਓਪਤ ਪਰਲੋ ਸ਼ਬਦੇ ਹੋਵੇ। ਸ਼ਬਦ ਤੋਂ ਹੀ ਉਤਪਤੀ ਤੇ ਸ਼ਬਦ ਤੋਂ ਹੀ ਪਰਲੋ। ਜੋ ਕੁਝ ਵੀ ਰਚਿਆ ਉਹ ਸ਼ਬਦ ਤੋਂ ਹੀ ਹੈ, ਜਿਹਨੂੰ ਵਿਗਿਆਨ ਦੀ ਬੋਲੀ 'ਚ ਕਿਹਾ ਜਾਂਦਾ ਬਿਗ ਬੈਂਗ, ਵੱਡਾ ਧਮਾਕਾ ਕਹਿੰਦੇ ਹੋਇਆ ਬ੍ਰਹਮੰਡ ਦੀ ਰਚਨਾ ਹੋ ਗਈ। ਗੁਰੂ ਸਾਹਿਬ ਜੀ ਬਾਣੀ 'ਚ ਜਿਵੇਂ ਵਿਚਾਰ ਬਖਸ਼ਦੇ ਨੇ ਕਿ ਸ਼ਬਦ ਤੋਂ ਹੀ ਸਭ ਕੁਝ ਹੈ। ਕੀਤਾ ਪਸਾਓ ਏਕੋ ਕਵਾਓ। ਕਵਾਓ ਦਾ ਅਰਥ ਹੈ ਸ਼ਬਦ। ਇੱਕ ਸ਼ਬਦ ਤੋਂ ਹੀ ਸਾਰਾ ਪਸਾਰਾ ਹੈ, ਤੇ ਉਹਦਾ ਅਰਥ ਹੁਕਮ ਵੀ ਹੈ। ਉਹਨੂੰ ਹੁਕਮ ਵੀ ਕਹਿੰਦੇ, ਸ਼ਬਦ ਵੀ ਆਖਦੇ। ਵਿਗਿਆਨ ਆਪਣੀ ਬੋਲੀ 'ਚ ਉਹਨੂੰ ਧਮਾਕਾ ਆਖਦਾ, ਬਿਗ ਬੈਂਗ ਆਖਦਾ। ਵੱਡੀ ਆਵਾਜ਼ ਦੇ ਨਾਲ ਇੱਕ ਵਾਰ ਦੇ ਵਿੱਚ ਬ੍ਰਹਮੰਡ ਦੀ ਉਤਪਤੀ ਰਚਨਾ ਹੋਈ, ਫਿਰ ਇਹਦਾ ਵਿਸਥਾਰ ਹੋਈ ਗਿਆ। ਗੁਰੂ ਸਾਹਿਬ ਇਸੇ ਨੂੰ ਆਖਦੇ ਨੇ ਵੀ ਇੱਕ ਮਾਲਕ ਦੇ ਹੁਕਮ ਨਾਲ ਸਭ ਕੁਝ ਸਿਰਜਿਆ ਗਿਆ। ਫਿਰ ਜਿਹੜੀ ਸਾਡੀ ਸਾਂਝ ਹੈ ਉਹ ਸਾਰੀ ਹੀ ਸ਼ਬਦ ਦੇ ਨਾਲ ਹੀ ਬਣਦੀ ਹੈ। ਸ਼ਬਦ ਗੁਰੂ ਦੇ ਲੜ ਲਾਇਆ। ਸ਼ਬਦ ਦੀ ਕੀ ਅਹਿਮੀਅਤ ਹੈ? ਸ਼ਬਦ ਮੁੱਢ ਵਿੱਚ ਤੇ ਆਪਾਂ ਇੰਝ ਵਿਚਾਰੀਏ ਕਿ ਸ਼ਬਦ ਤਾਂ ਪਹਿਲਾਂ ਤੋਂ ਹੀ ਹੈ। ਆਵਾਜ਼ ਦੇ ਨਾਲ ਹੀ ਸਾਰਾ ਸਾਡਾ ਸੰਬੰਧ ਬਣਦਾ ਹੈ। ਕਿਸੇ ਦੇ ਨਾਲ ਆਪਾਂ ਗੱਲਬਾਤ ਕਰੀਏ, ਆਵਾਜ਼ ਦੇ ਨਾਲ, ਲਫ਼ਜ਼ਾਂ ਦੇ ਨਾਲ ਜੋ ਵੀ ਰਿਸ਼ਤੇ ਜੁੜਦੇ ਨੇ ਉਹ ਲਫ਼ਜ਼ਾਂ ਦੇ ਨਾਲ ਜੁੜਦੇ, ਬੋਲਣ ਦੇ ਨਾਲ ਜੁੜਦੇ, ਤੇ ਜੋ ਵੀ ਰਿਸ਼ਤੇ ਵਿਗੜਦੇ ਨੇ ਉਹ ਵੀ ਬੋਲਣ ਦੇ ਨਾਲ ਹੀ ਵਿਗੜਦੇ। ਤੁਸੀਂ ਕਿਸੇ ਨਾਲ ਬੈਠੋ ਤੇ ਗੱਲਬਾਤ ਕਰੋ, ਚੰਗਾ ਬੋਲੋ, ਤੇ ਚੰਗਾ ਬੋਲਦਿਆਂ ਬੋਲਦਿਆਂ ਹੀ, ਮਿੱਠਾ ਬੋਲਦਿਆਂ ਬੋਲਦਿਆਂ ਹੀ ਉਹਦੇ ਨਾਲ ਸਾਂਝ ਬਣ ਜਾਏਗੀ। ਜਦੋਂ ਸ਼ਬਦ ਦਾ ਮੇਲ ਹੁੰਦਾ ਤੇ ਰਿਸ਼ਤੇ ਬਣਦੇ ਨੇ, ਸ਼ਬਦ ਦਾ ਟਕਰਾਵ ਹੁੰਦਾ ਹੈ ਤੇ ਰਿਸ਼ਤੇ ਵਿਗੜਦੇ। ਸਰੀਰ ਦਾ ਟਕਰਾਵ ਹੋਵੇ ਤੇ ਕੋਈ ਰਿਸ਼ਤਾ ਨਹੀਂ ਵਿਗੜਦਾ ਛੇਤੀ। ਮੰਨ ਲਓ ਆਪਾਂ ਮੇਲੇ ਵਿੱਚ ਆ, ਭੀੜ ਵਿੱਚ ਆ, ਤੇ ਤੁਰੇ ਜਾਂਦੇ ਜੇ ਕਿਤੇ ਟਕਰਾਈਏ ਵੀ ਤੇ ਆਪਾਂ ਆਖਦੇ ਵੀ ਮਾफ़ ਕਰਿਓ, ਵੀ ਕੋਈ ਗੱਲ ਨਹੀਂ। ਸਾਹਮਣੇ ਵਾਲਾ ਵੀ ਕਹਿੰਦਾ ਵੀ ਕੋਈ ਗੱਲ ਨਹੀਂ, ਕੋਈ ਭੁਲੇਖੇ ਨਾਲ ਟਕਰਾ ਗਿਆ, ਚਲੋ। ਸਰੀਰ ਟਕਰਾਏ ਤੇ ਇੰਨੀ ਛੇਤੀ ਵਿਗਾੜ ਨਹੀਂ ਪੈਂਦਾ। ਲਫ਼ਜ਼ ਟਕਰਾਉਣ, ਤੁਸੀਂ ਗਾਲ ਕੱਢ ਦਿਓ, ਕੋਈ ਮਾੜਾ ਸ਼ਬਦ ਬੋਲ ਦਿਓ, ਭਾਵੇਂ ਤੁਹਾਨੂੰ ਉਹ ਜਾਣਦਾ ਨਹੀਂ ਜਾਣਦਾ, ਤੁਰੰਤ ਉੱਥੇ ਝੱਟ ਹੀ ਝਗੜਾ ਖੜਾ ਹੋ ਜਾਣਾ। ਸ਼ਬਦ ਦੇ ਨਾਲ ਹੀ ਮਿੱਠਾ ਬੋਲੋ ਤੇ ਉੱਥੇ ਹੀ ਰਿਸ਼ਤਾ ਜੁੜ ਜਾਂਦਾ। ਸ਼ਬਦ ਦੇ ਨਾਲ ਹੀ ਮਨੁੱਖਤਾ ਦੀ ਆਪਸ ਵਿੱਚ ਸਾਂਝ ਬਣਦੀ ਹੈ। ਪਰਮਾਤਮਾ ਨੇ ਜੋ ਕੁਝ ਰਚਿਆ ਉਹਦੇ ਵਿੱਚ ਵੀ ਸ਼ਬਦ ਹੀ ਕੰਮ ਕਰਦਾ ਹੈ। ਗੁਰੂ ਨਾਨਕ ਪਾਤਸ਼ਾਹ ਜੀ ਤੋਂ ਵੀ ਪਹਿਲਾਂ ਜੇ ਗੱਲ ਕਰੀਏ ਤੇ ਭਗਤ ਜੈਦੇਵ ਜੀ ਇਤਿਹਾਸਕਾਰ ਕਹਿੰਦੇ 1170 ਦਾ ਸਮਾਂ। ਗੁਰੂ ਨਾਨਕ ਪਾਤਸ਼ਾਹ ਜੀ ਜੋ ਕਿ 1469 ਦੇ ਵਿੱਚ ਜਿਨ੍ਹਾਂ ਦਾ ਪ੍ਰਕਾਸ਼ ਹੁੰਦਾ ਹੈ, ਹੁਣ ਇਸ ਤੋਂ ਵੀ ਪਹਿਲਾਂ 1170 ਦੀ ਗੱਲ ਹੈ। ਉਹ ਜੋ ਸ਼ਬਦ ਨੇ ਉਹ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਰਚੇ। ਇਹਦਾ ਅਰਥ ਹੈ ਕਿ ਸ਼ਬਦ ਨਾਨਕ ਜੀ ਦੇ ਸਮੇਂ ਹੀ ਪ੍ਰਗਟ ਨਹੀਂ ਹੋਇਆ, ਸ਼ਬਦ ਪਹਿਲਾਂ ਤੋਂ ਹੀ ਹੈ। ਇੰਝ ਕਹੀਏ ਕਿ ਬ੍ਰਹਮੰਡ ਦੀ ਉਤਪਤੀ ਤੋਂ ਹੀ ਸ਼ਬਦ ਹੈ। ਆਪਸ ਵਿੱਚ ਸਾਡੀ ਭਾਸ਼ਾ, ਬੋਲੀ, ਕੁਝ ਨਾਮ ਰੱਖਣੇ, ਉਹ ਸਭ ਸ਼ਬਦ ਦੇ ਆਧਾਰ 'ਤੇ ਹੈ। ਫਿਰ ਭਗਤ ਜੈਦੇਵ ਜੀ, ਉਹਨਾਂ ਦੇ ਵੀ ਸ਼ਬਦ ਹੀ ਨੇ। ਭਗਤ ਫਰੀਦ ਜੀ, ਉਹਨਾਂ ਦੇ ਵੀ ਸ਼ਬਦ ਹੀ ਨੇ। ਸ਼ਬਦ ਦੇ ਰਾਹੀਂ ਹੀ ਸਾਨੂੰ ਗਿਆਨ ਹੁੰਦਾ ਤੇ ਸ਼ਬਦ ਦੇ ਨਾਲ ਹੀ ਸਾਂਝ ਬਣਦੀ। ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੇਂ ਦੀ ਗੱਲ ਕਰੀਏ ਤੇ ਗੁਰੂ ਸਾਹਿਬ ਜੀ ਇਸ ਗੱਲ ਨੂੰ ਚੰਗੀ ਤਰ੍ਹਾਂ ਵਿਚਾਰ ਚੁੱਕੇ ਹਨ
कि अगर कोई शरीर करके किसे नूं सवार सके ते फिर इंज हुंदा कि नानक जी सज्जन ठग दे कोल जांदे। सज्जन ठग नानक जी नूं देखदा ते नानक जी सज्जन ठग नूं देखी जांदे ते सज्जन ठग दा जीवन बदल जांदा। हुण सज्जन ठग नानक जी दी तस्वीर नूं देखी जांदा, अगरबत्ती करदा 2-3 टैम, मत्थे टेकदा ते कहिंदा कि धन गुरु नानक पातशाह जी, ते इदां उहदा जीवन नहीं सी बदलना। गुरु नानक पातशाह जी जाके बैठ जाते, कहते भी सज्जन मैनू वेखी जा, वेख्या भी जीवन नहीं बदलन लगा। जदों तक शब्द नहीं बोले, कुछ कहा नहीं, सामने वाले ने कुछ सुनिया नहीं, उदों तक कोई जीवन च तब्दीली नहीं है। शब्द बड़ा जरूरी, शब्द तो बिना गत नहीं है। बाणी गुरु, गुरु है बाणी, विच बाणी अमृत सारे। हुण गुरु इत्थे बाणी है ते बाणी दा की रूप है साडे सामने शब्द। शब्द दे लड़ धन गुरु गोबिंद सिंह पातशाह जी ला गए। इंज कहिए कि 10 जामे ला के नानक जी ने सानू शब्द दिता। शब्द पहलां तो ही चलिया आ रहा है। जिन्हां दे शब्द दे विच ताकत सी, सच सी, वो शब्द गुरु साहबान ने धन गुरु ग्रंथ साहिब जी दे विच दर्ज कर लए ते शब्द नाल ही एक दूजे नाल सांझ बनदी। जदों गुरु नानक पातशाह जी सज्जन ठग नूं समझाउंदे ने ते शब्दां नाल परमात्मा दे बारे कुछ कहना है, कुछ ओनू गाउणा है, ध्याउणा है, ते शब्दां राहीं ही गावांगे। मालिक दी उस्तत करनी, गुण गाउणे, शब्द उत्थे लोड़ पैंदी शब्द दी ही। अगर आपां भाषा दी गल करिए ते संसार दे विच जो साडा एक दूजे नाल संबंध बनदा, सांझ बनदी है, वो शब्द दे नाल ही बनदी। उहदे विच जे कोई नाम ही बोले ते इशारे हुंदे। गूंगे लोग जिन्हां नूं नहीं सुणदा, बहरे ज़्यादातर जिन्हां नूं ना सुने वो बोल भी नहीं सकते। बहुत घट है कि थोड़ा बहुत इशारियां राही वो बोलण दा, वो भी अज दे समय वो कोशिशां कीतियां गईयां ते थोड़ा बहुत वो मनुख कुछ मूँहों आवाज़ कढ़ सकदा है, नहीं तो वो इशारियां विच ही गल करदा। भी सुनिया ही जदों कुछ नहीं है तो उहदे कोल बोलिया भी नहीं जाना। कोई भाषा नहीं वो बोल सकता, वैसे आवाज़ कोई मुखों कढ़ सकता है। हुण जे किसे नूं कुछ कहना ते शब्दां राहीं जे सामने वाले नूं सुणदा नहीं है तां भी इशारियां दे राहीं उहदा कोई ना कोई पिछे भाव यही है कि मैं कुछ आखना चाहुंदा, कोई गल है, कोई विचार है। जदों शब्द दी आपां गल करदे हां ते उहदे विच जे किसे नूं नहीं भी दिखाई देंदा, जे कोई अन्ना भी है अखां तो ते उसनूं भी मोटे मोटे अखर लिख के दिते जांदे ते उंगल उत्ते रखाई जांदी है। वो मोटे मोटे अखरां नूं उंगली दे नाल देखदा है। जो तरीका है, जिन्हां नूं नेत्रहीन ने जिहड़े जिन्हां नूं नहीं दिखाई दिंदा उन्हां नूं कुछ सिखाउण दा यही ढंग है। वो अखर मोटे मोटे अखरां दी उत्थे भी लोड़ पैंदी। इसे तरह शब्द की तो जरूरत है तो गुरु साहब जी बाणी विच आखदे ने कि शब्द तो बिना गत नहीं है, शब्द ही मेरा गुरु है। जदों नानक जी नूं पुछया भी गुरु नानक पातशाह जी कवन मूल कवन मत वेला कवन गुरु जिसका तू चेला। नानक जी ये वेला वकत किहड़े काम दा है ते मूल की है, जीवन दा मनोरथ की है, किहड़ा काम मूल रूप विच तुसी किस चीज़ नूं मूल मानदे हो। कवन मूल कवन मत वेला, ये वेला किहड़ी मत लैण दा है। कवन गुरु जिसका तू चेला। सिद्धां ने जोगियां ने पूछया कि तेरा गुरु कौन है जिहदा तू चेला है। ते नानक जी आखदे ने पवन आरंभ शब्द ही मेरा गुरु है। पवन आरंभ सुरत धुन चेला, शब्द गुरु सुरत धुन चेला। कहते ये जो शब्द है, जिस शब्द के राही मेरे अंदर कोई ज्ञान पैदा होंदा, शब्द गुरु सुरत धुन चेला, शब्द मेरा गुरु है। तो जिहड़ी सुरत है, सुरत नूं मैं चेला बनाया। सुरत उस शब्द विच उस ज्ञान विच है जिहदे करके मैनू कुछ प्राप्त हुंदा, मेरी कोई सांझ बनती है, मेरे अंदर कोई ज्ञान प्रगट होया है। तो उस शब्द दे राही ही
ਤੇ ਸ਼ਬਦ ਹੀ ਮੇਰੇ ਲਈ ਗੁਰੂ ਹੈ। ਤੇ ਉਸ ਸ਼ਬਦ ਦੇ ਵਿੱਚ ਸੁਰਤ ਜੋੜਨੀ, ਇਸੇ ਨੂੰ ਮੈਂ ਚੇਲਾ ਬਣਾਇਆ ਹੋਇਆ। ਮੇਰੀ ਸੁਰਤ ਉਸ ਸ਼ਬਦ ਦੇ ਵਿੱਚ ਲੀਨ ਹੈ, ਇਹੀ ਚੇਲਾ ਹੋਣਾ। ਤੇ ਇਸ ਸ਼ਬਦ ਦੇ ਨਾਲ ਹੀ ਸਾਰੇ ਰਿਸ਼ਤੇ ਬਣਦੇ ਨੇ। ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਇਹ ਵਿਚਾਰ ਬਖਸ਼ਿਸ਼ ਕਰਦੇ ਤੇ ਇਸ ਦਾ ਭਾਵ ਹੈ ਕਿ ਜੋ ਗੁਰੂ ਸਾਹਿਬ ਜੀ ਨੇ ਸਾਡਾ ਪਰਮਾਤਮਾ ਦੇ ਨਾਲ ਰਿਸ਼ਤਾ ਜੋੜਿਆ, ਪਰਮਾਤਮਾ ਦੇ ਬਾਰੇ ਜੋ ਸਾਨੂੰ ਕੁਝ ਸਮਝਾਇਆ, ਉਹ ਸਾਰਾ ਆਧਾਰ ਹੈ ਸ਼ਬਦ, ਜਿਹਨੂੰ ਪਾਤਸ਼ਾਹ ਜੀ ਬਾਣੀ ਵਿੱਚ ਆਖਦੇ ਨੇ, ਸਤਿਗੁਰ ਨੂੰ ਸਭ ਕੋ ਦੇਖਦਾ, ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵਈ, ਜਿਚਰ ਸ਼ਬਦ ਨਾ ਕਰੇ ਵਿਚਾਰ। ਜਦੋਂ ਤੱਕ ਸ਼ਬਦ ਨੂੰ ਵਿਚਾਰਦਾ ਨਹੀਂ, ਉਦੋਂ ਤੱਕ ਮੁਕਤੀ ਨਹੀਂ ਹੋ ਸਕਦੀ, ਕੁਝ ਪ੍ਰਾਪਤੀ ਨਹੀਂ ਹੋ ਸਕਦੀ। ਗੁਰੂ ਸਾਹਿਬ ਜੀ ਨੂੰ ਦੇਖੀ ਜਾਓ, ਦੇਖ ਦੇਖ ਕੇ ਕਹੋ ਵੀ ਅਸੀਂ ਸਤਿਗੁਰੂ ਜੀ ਦੇ ਦਰਸ਼ਨ ਕਰ ਰਹੇ ਹਾਂ। ਵੀ ਦੇਖਣ ਦੇ ਨਾਲ ਕੱਲੀ ਗੱਲ ਨਹੀਂ ਬਣਨੀ, ਜਦੋਂ ਤੱਕ ਸ਼ਬਦ ਦੀ ਵਿਚਾਰ ਨਹੀਂ ਕਰਦਾ। ਭਾਵ ਜਿਵੇਂ ਆਪਾਂ ਸਾਂਝ ਪਾਈ ਕਿ ਸੱਜਣ ਠੱਗ ਨਾਨਕ ਜੀ ਨੂੰ ਦੇਖੀ ਜਾਏ, ਨਾਨਕ ਜੀ ਸੱਜਣ ਠੱਗ ਨੂੰ ਦੇਖੀ ਜਾਣ। ਤੇ ਕਰਾਮਾਤੀ ਕਹਾਣੀਆਂ 'ਚ ਇੰਝ ਹੁੰਦਾ ਹੈ ਵੀ ਸ਼ਕਤੀ ਮਾਰੀ ਤੇ ਜਾਂ ਕੋਈ ਜਲ ਦਾ ਛਿੱਟਾ ਮਾਰਿਆ ਜਾਂ ਫੂਕ ਮਾਰੀ ਤੇ ਸਾਹਮਣੇ ਵਾਲੇ ਦਾ ਜੀਵਨ ਬਦਲ ਗਿਆ। ਉਹ ਪਖੰਡੀਆਂ ਦੀ ਦੁਨੀਆ ਵਿੱਚ ਐਸਾ ਚੱਲਦਾ ਰਹਿੰਦਾ, ਪਰ ਸੱਚ ਦੀ ਦੁਨੀਆ ਵਿੱਚ ਕੀ ਚੱਲਦਾ? ਭਾਈ ਅਕਲ ਹੈ, ਗਿਆਨ ਹੈ, ਇਹ ਵਿਚਾਰ ਹੈ। ਇਹਨੂੰ ਪਹਿਲਾਂ ਭਾਈ ਹੁਕਮੀ ਹੋਵਨ ਆਕਾਰ, ਹੁਕਮ ਤੋਂ ਸਾਰਾ ਆਕਾਰ ਹੋਇਆ। ਹੁਕਮ ਨੂੰ ਭਾਈ ਸਮਝੋ ਕਿਵ ਸਚਿਆਰਾ ਹੋਈ ਹੈ, ਕਿਵੇਂ ਸਚਿਆਰ ਹੋਈ ਹੈ। ਫਿਰ ਹਜੂਰ ਆਖਦੇ ਨੇ ਕੋਈ ਜੇ ਗਾਵੇ, ਗਾਵੇ ਕੋ ਤਾਣ ਹੋਵੇ ਕਿਸੇ ਤਾਣ ਗਾਓ। ਫਿਰ ਵਿਚਾਰ ਹੈ ਵੀ ਸੁਣੋ, ਸੁਣਨ ਤੋਂ ਬਾਅਦ ਹੈ ਕਿ ਮੰਨੋ। ਗਾਓ, ਸੁਣੋ ਤੇ ਮੰਨੋ। ਤੇ ਗਾਉਣਾ, ਸੁਣਨਾ, ਮੰਨਣਾ ਸਾਰਾ ਸੰਬੰਧਿਤ ਹੈ ਸ਼ਬਦ ਦੇ ਨਾਲ। ਜੇ ਸ਼ਬਦ ਨੂੰ ਕੱਢ ਦਈਏ, ਭਾਸ਼ਾ ਨੂੰ ਕੱਢ ਦਈਏ, ਆਵਾਜ਼ ਨੂੰ ਹਟਾ ਦਈਏ ਤੇ ਕੋਈ ਸਾਂਝ ਨਹੀਂ ਸਾਡੀ, ਆਪਸ ਵਿੱਚ ਵੀ ਨਹੀਂ, ਨਾ ਇਸ ਸੰਸਾਰ ਦੇ ਵਿੱਚ। ਪੰਜਵਾਂ ਤੱਤ ਹੈ ਆਕਾਸ਼, ਤੇ ਆਕਾਸ਼ ਦਾ ਇਹੀ ਭਾਵ ਹੈ ਜੇ ਖਾਲੀ ਜਗ੍ਹਾ ਨਾ ਹੋਵੇ ਤੇ ਸ਼ਬਦ ਨਹੀਂ ਹਿਲ ਜੁਲ ਸਕਦਾ, ਸ਼ਬਦ ਪੈਦਾ ਹੀ ਨਹੀਂ ਹੋਣਾ। ਸਾਡੇ ਢਿੱਡ ਵਿੱਚ ਅੰਦਰ ਨਾਭੀ ਨਾਲ ਪਵਨ ਟਕਰਾਉਂਦੀ ਹੈ ਤੇ ਆਵਾਜ਼ ਪੈਦਾ ਹੁੰਦੀ ਹੈ। ਖਾਲੀ ਜੇ ਆਕਾਸ਼ ਨਾ ਹੋਵੇ, ਬਾਕੀ ਚਾਰ ਤੱਤ ਹੋਣ ਤੇ ਤਾਂ ਵੀ ਕੋਈ ਸੰਬੰਧ ਨਹੀਂ। ਸੰਸਾਰ ਚੱਲਿਆ, ਆਰੰਭਤਾ ਹੋਈ ਸ਼ਬਦ ਤੋਂ, ਸਾਰੀ ਵਿਚਾਰ ਸ਼ਬਦ ਦੀ ਹੈ। ਸ਼ਬਦ ਨਾਲ ਰਿਸ਼ਤੇ ਬਣ ਜਾਂਦੇ। ਤੁਸੀਂ ਮਾੜਾ ਬੋਲਦੇ ਹੋ ਤੇ ਝੱਟ ਹੀ ਰਿਸ਼ਤਾ ਵਿਗੜ ਜਾਂਦਾ ਹੈ, ਦੁਸ਼ਮਣੀ ਪੈਦਾ ਹੋ ਜਾਂਦੀ। ਉਹ ਸਾਰਾ ਟਕਰਾਵ ਸ਼ਬਦਾਂ ਦਾ ਹੈ। ਪਤਾ ਹੈ ਵੀ ਸ਼ਬਦ ਦਾ ਬੜਾ ਅਸਰ ਪੈਂਦਾ ਹੈ। ਤੇ ਗੁਰੂ ਸਾਹਿਬ ਜੀ ਨੇ ਰੱਬ ਦੀ ਵਿਚਾਰ ਨੂੰ, ਅਕਾਲ ਪੁਰਖ ਦੀ ਵਿਚਾਰ ਨੂੰ ਦੇਣ ਦਾ ਸਭ ਤੋਂ ਉੱਤਮ ਢੰਗ ਸਮਝਿਆ ਕਿ ਸ਼ਬਦ। ਹੁਣ ਸ਼ਬਦ ਗੁਰੂ ਹੋਵੇ ਤੇ ਇਹਦੀ ਉਮਰ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਕਿ ਬਈ ਜਵਾਨੀ ਆ ਗਈ ਕਿ ਸ਼ਬਦ ਨੂੰ ਵੀ ਬੁਢੇਪਾ ਆਏਗਾ, ਜਾਂ ਕੁਝ ਸਾਲਾਂ ਬਾਅਦ ਜੇ ਸਰੀਰ ਨਾ ਰਿਹਾ ਤੇ ਫਿਰ ਕੀ ਕਰਾਂਗੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਕਿਹਾ ਵੀ ਇਹ ਤਾਂ ਸੰਸਾਰ ਦੀ ਕਾਰ ਹੈ, ਇਹ ਤਾਂ ਮਾਲਕ ਦੀ ਕੁਦਰਤ ਹੈ, ਇਹਦੇ ਵਿੱਚ ਹੁਣ ਕਿੰਨੇ ਕੁ ਸਰੀਰ ਹੋਰ। ਵੀ ਸਾਡੇ ਤੋਂ ਬਾਅਦ ਫਿਰ ਤੁਸੀਂ ਕਹੋਗੇ ਵੀ ਸਾਡੀ ਅਗਵਾਈ ਹੁਣ ਕੌਣ ਕਰੇ, ਵੀ ਗੁਰੂ ਕਿੱਥੋਂ ਲਿਆਈਏ। ਵੀ ਸਤਿਗੁਰੂ ਨੂੰ ਦੇਖਣਾ, ਸਤਿਗੁਰੂ ਕਰਨਾ, ਸਤਿਗੁਰੂ ਧਾਰਨ ਕਰਨਾ, ਸਤਿਗੁਰੂ ਨੂੰ ਜੀਵਨ ਵਿੱਚ ਵਸਾਉਣਾ, ਇਹ ਸਾਰਾ ਕੁਝ ਹੈ ਸ਼ਬਦ। ਤੇ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਹੀ ਆਪਾਂ ਸਾਂਝ ਪਾਈਏ। ਗੁਰੂ ਸਾਹਿਬ ਜੀ ਦੇ ਸੰਬੰਧ ਵਿੱਚ ਵਡਿਆਈ ਭਰੀ ਵਿਚਾਰ ਭੱਟ ਸਾਹਿਬਾਨਾਂ ਨੇ ਜਦੋਂ ਬਿਆਨੀ ਹੈ ਤੇ ਉਹਦੇ ਵਿੱਚ ਉਹ ਵਿਚਾਰ ਬਖਸ਼ਿਸ਼ ਕੀਤੀ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਸੌਖੇ ਲਫ਼ਜ਼ ਨੇ। ਗੁਰੂ ਤੋਂ ਬਿਨਾਂ ਘੁੱਪ ਹਨੇਰਾ, ਗੁਰੂ ਤੋਂ ਬਿਨਾਂ ਸਮਝ ਨਹੀਂ ਪੈਂਦੀ, ਗੁਰੂ ਤੋਂ ਬਿਨਾਂ ਗਤ ਨਹੀਂ ਹੋ ਸਕਦੀ, ਮੁਕਤੀ ਨਹੀਂ ਮਿਲ ਸਕਦੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਘਨ ਕਟੈ ਸਭ ਤੇਰੇ। ਵੀ ਗੁਰੂ ਧਾਰਨ ਕਰ, ਗੁਰੂ ਭਾਵ ਇਹ ਗਿਆਨ, ਇਹ ਸ਼ਬਦ ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਵਿੱਚ ਮਾਨਵਤਾ ਨੂੰ ਹਜ਼ੂਰ ਨੇ ਬਖਸ਼ਿਆ ਕਿ ਗੁਰੂ ਤੂੰ ਧਾਰਨ ਕਰ, ਗੁਰੂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾ, ਅੰਗ ਬਣਾ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਐ ਮੇਰੇ ਮਨ
ਗਿਆਨ ਵੱਲ ਤੂੰ ਹੋ, ਗਿਆਨ ਨੂੰ ਆਪਣੇ ਅੰਦਰ ਵਸਾ, ਅਗਿਆਨਤਾ ਨੂੰ ਛੱਡ ਦੇ। ਗਿਆਨ ਗੁਰੂ, ਤੇ ਇਸ ਗੁਰੂ ਦੇ ਰਾਹੀਂ ਹੀ ਤੇਰੀ ਮੁਕਤੀ ਹੋ ਸਕਦੀ। ਗੁਰੂ ਤੋਂ ਬਿਨਾਂ ਸਮਝ ਨਹੀਂ ਪੈਣੀ। ਗੁਰੂ ਹੀ ਗਿਆਨ ਦਾ ਇੱਕ ਆਧਾਰ ਹੈ, ਤੇ ਇਹ ਸਾਰੀ ਵਿਚਾਰ ਜੁੜਦੀ ਹੈ। ਫਿਰ ਆਪਾਂ ਜੇ ਸਾਂਝ ਪਈਏ ਕਿ ਸ਼ਬਦ ਦੇ ਉੱਤੇ ਹੀ। ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹਿ, ਕਵੀ ਨਲ ਭੱਟ ਨਲ ਸਹਾਰ ਜੀ ਕਹਿੰਦੇ ਕਿ ਅੱਖਾਂ ਨਾਲ ਗੁਰ ਨੈਣ ਬੈਣ, ਵੈਸੇ ਨੈਣ ਬੈਣ ਸ਼ਬਦ ਲਿਖਿਆ ਹੈ, ਤੇ ਵਿਆਕਰਣ ਅਨੁਸਾਰ ਵਿਦਵਾਨ ਕਹਿੰਦੇ ਕਿ ਨੈਣ ਬੈਣ ਹੀ ਪੜ੍ਹ ਜਾਓ ਤੇ ਕੋਈ ਹਰਜ ਨਹੀਂ। ਸਿੱਧਾ ਜ਼ਿਆਦਾ ਤੋੜ ਮਰੋੜ ਕੇ ਜਾਂ ਵਜਨ ਪਾ ਕੇ ਸਾਰੇ ਲਫ਼ਜ਼ ਪੜ੍ਹਨੇ ਜ਼ਰੂਰੀ ਨਹੀਂ। ਜੋ ਆਪਾਂ ਸਾਂਝ ਪਾਉਂਦੇ ਕਿ ਤੱਤ ਦੀ ਗੱਲ ਸਮਝ ਆਉਣੀ ਚਾਹੀਦੀ ਹੈ। ਜੋ ਗੁਰੂ ਸਾਹਿਬ ਜੀ ਨੇ ਸਿੱਖਿਆ ਦਿੱਤੀ ਉਹ ਪਤਾ ਲੱਗੇ, ਜੀਵਨ ਉੱਦਾਂ ਬਣੇ। ਅਹਿਮ ਗੱਲ ਇਹ ਹੈ, ਲਗਾ ਮਾਤਰਾਵਾਂ ਕੱਲੀ ਕੱਲੀ ਗੱਲ ਵਿਚਾਰਨੀ। ਪੂਰੇ ਵਿਦਵਾਨ ਬਣਨਾ ਕਿ ਉਸ ਦਿਨ ਹੀ ਬਾਣੀ ਪੜ੍ਹਾਂਗੇ ਜਾਂ ਤਾਂ ਹੀ ਵਿਚਾਰਾਂਗੇ ਵੀ ਪਤਾ ਨਹੀਂ ਲੱਗਦਾ, ਜਾਂ ਉਹ ਸਭ ਗੱਲਾਂ ਬਾਅਦ ਦੀਆਂ, ਜਾਂ ਉਹ ਗੱਲਾਂ ਦੀ ਇੰਨੀ ਵੱਡੀ ਅਹਿਮੀਅਤ ਨਹੀਂ ਰਹਿ ਜਾਂਦੀ। ਜੇ ਸਿੱਖੀ ਕਮਾਉਣ ਵਾਲਾ ਸਿੱਖ ਹੀ ਇੰਨਾ ਉੱਚੇ ਦਰਜੇ ਦਾ ਹੋ ਗਿਆ, ਤੇ ਉਹ ਬੇਸ਼ੱਕ ਕੋਈ ਲਗਾ ਮਾਤਰਾ ਉਹਨੂੰ ਨਹੀਂ ਵੀ ਪੜ੍ਹਨੀ ਆ ਰਹੀ, ਤੇ ਗੁਰੂ ਸਾਹਿਬ ਜੀ ਤੇ ਨਾਰਾਜ਼ ਨਹੀਂ ਹੋਣ ਲੱਗੇ। ਸੁਭਾਵਿਕ ਜੀ ਗੱਲ ਹੈ, ਚੰਗੀ ਗੱਲ ਹੈ ਕਿ ਸਾਨੂੰ ਗਿਆਨ ਹੋਏ। ਇਹਦਾ ਇਹ ਅਰਥ ਨਹੀਂ ਕਿ ਗਲਤ ਹੀ ਬਾਣੀ ਪੜ੍ਹੀ ਜਾਓ। ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਲ ਕਹਿ, ਜਿਨ ਗੁਰੂ ਨਾ ਦੇਖਿਓ ਨਹਿ ਕੀਓ, ਤੇ ਅਕਿਅਥ ਸੰਸਾਰ ਮੈਂ। ਜਿਹਨੇ ਗੁਰੂ ਨਹੀਂ ਦੇਖਿਆ, ਗੁਰੂ ਧਾਰਨ ਨਹੀਂ ਕੀਤਾ, ਗੁਰੂ ਨੂੰ ਆਪਣੇ ਜੀਵਨ ਦਾ ਹਿੱਸਾ ਨਹੀਂ ਬਣਾਇਆ, ਕਵੀ ਨਲ ਸਹਾਰ ਜੀ ਕਹਿੰਦੇ ਨੇ, ਤੇ ਅਕਿਅਥ ਸੰਸਾਰ ਮੈਂ, ਉਹ ਸੰਸਾਰ 'ਚ ਅਕਾਰਥ ਹੀ ਹੈ। ਹੁਣ ਗੁਰੂ ਸਾਹਿਬ ਜੀ ਹੈ ਨਹੀਂ ਸਰੀਰ ਕਰਕੇ, ਨਾ ਅਸੀਂ ਗੁਰੂ ਸਾਹਿਬ ਜੀ ਨੂੰ ਦੇਖਿਆ ਤੇ ਨਾ ਅਸੀਂ ਗੁਰੂ ਧਾਰਨ ਨਹੀਂ ਕੀਤਾ। ਇਸ ਮੁਤਾਬਕ ਜੇ ਆਪਾਂ ਦੁਨਿਆਵੀ ਵਿਚਾਰ ਤੇ ਆ ਜਾਈਏ ਕਿ ਗੁਰੂ ਤਾਂ ਸਰੀਰ ਹੀ ਹੁੰਦਾ, ਕਿਉਂਕਿ ਕਈ ਸੰਸਥਾਵਾਂ ਐਸੀਆਂ ਨੇ ਅੱਜ ਵੀ ਉਹ ਕਹਿੰਦੀਆਂ ਵੀ ਨਹੀਂ ਅਸੀਂ ਤੇ ਨਹੀਂ ਮੰਨਦੇ ਵੀ ਗੁਰੂ ਤਾਂ ਅੱਗੇ 10ਵੇਂ ਪਾਤਸ਼ਾਹ ਤੋਂ ਬਾਅਦ ਵੀ ਬਣਾਇਆ ਸੀ, ਤੇ ਉਹ ਕਹਿੰਦੇ ਸਾਡਾ 11ਵਾਂ ਵੀ ਹੈ, 12ਵਾਂ ਵੀ ਹੈ, 13ਵਾਂ ਵੀ, ਉਹ ਸਾਰੇ ਨਾਮ ਵੀ ਲੈਂਦੇ। ਉਹ ਕਹਿੰਦੇ ਵੀ ਨਾ ਆਪਾਂ ਨਹੀਂ ਮੰਨਦੇ। ਹੁਣ ਚਲੋ ਗੁਰਮਤ ਦੀ ਵਿਚਾਰ ਵਿੱਚ ਇਹ ਹੈ, ਸੂਝਵਾਨ ਸੰਗਤਾਂ ਗੁਰਬਾਣੀ ਦੇ ਰਸੀਏ ਇਸ ਵਿਚਾਰ ਤੋਂ ਜਾਣੂ ਨੇ ਕਿ ਸ਼ਬਦ ਹੀ ਗੁਰੂ ਹੈ, ਸ਼ਬਦ ਗੁਰੂ ਦੇ ਲੜ ਲਾਇਆ। ਹੁਣ ਮੌਜੂਦਾ ਸਮੇਂ ਗੁਰੂ 10 ਗੁਰੂ ਸਾਹਿਬਾਨ ਵਿੱਚੋਂ ਵੀ ਕੋਈ ਨਹੀਂ, ਤੇ ਜਿਨ ਗੁਰੂ ਨਾ ਦੇਖਿਓ ਨਹਿ ਕੀਓ। ਭੱਟ ਸਾਹਿਬਾਨ ਆਖਦੇ ਵੀ ਜਿਹਨੇ ਗੁਰੂ ਨੂੰ ਦੇਖਿਆ ਨਹੀਂ ਉਹ ਤੇ ਅਕਾਰਥ ਹੀ ਹੈ। ਤੇ ਫਿਰ ਇਸ ਹਿਸਾਬ ਨਾਲ ਤੇ ਸਾਡੇ ਤੇ ਲਾਗੂ ਹੋ ਗਈ ਵਿਚਾਰ ਵੀ ਅਸੀਂ ਗੁਰੂ ਨੂੰ ਦੇਖਿਆ ਨਹੀਂ, ਤੇ ਫਿਰ ਤੇ ਅਸੀਂ ਤੇ ਅਕਾਰਥ ਸਾਡਾ ਜੀਵਨ। ਇੱਦਾਂ ਤੇ ਗੁਰੂ ਸਾਹਿਬ ਜੀ ਨਹੀਂ ਇਹ ਸ਼ਬਦ ਦਰਜ ਕਰਦੇ ਫਿਰ ਬਾਣੀ ਵਿੱਚ, ਕਿ ਜਿਹਦੇ ਵਿੱਚ ਇਹ ਵਿਚਾਰ ਆ ਰਹੀ ਹੈ ਵੀ ਜੇ 10ਵੇਂ ਪਾਤਸ਼ਾਹ ਜੀ ਤੋਂ ਬਾਅਦ ਗੁਰੂ ਤੇ ਹੈ ਨਹੀਂ ਕੋਈ। ਹੁਣ ਗੁਰੂ ਕੀ ਹੈ? ਇਸ ਦਾ ਅਰਥ ਹੋ ਗਿਆ ਕਿ ਗੁਰੂ ਜੋ ਅਸੀਂ ਕਿਹਾ ਉਹ ਨਹੀਂ, ਗੁਰੂ ਸ਼ਬਦ ਹੀ ਹੈ। ਸ਼ਬਦ ਨੂੰ ਜਿਹਨੇ ਗੁਰੂ ਨਹੀਂ ਬਣਾਇਆ, ਇਸ ਗੁਰੂ ਦੇ ਦੀਦਾਰ ਨਹੀਂ ਜਿਹਨੇ ਕੀਤੇ, ਇਸ ਗੁਰੂ ਦੇ ਬਾਰੇ ਸਮਝਿਆ ਨਹੀਂ ਕਿ ਗੁਰੂ ਹੈ ਕੀ ਗਿਆਨ, ਇਹ ਬਾਣੀ ਗੁਰੂ ਹੈ ਬਾਣੀ, ਇਹ ਬਾਣੀ ਹੀ ਗੁਰੂ ਹੈ। ਇਹ ਵਾਲਾ ਗੁਰੂ ਜੇ ਤੂੰ ਨਹੀਂ ਦੇਖਿਆ, ਜੇ ਇਸ ਗੁਰੂ ਨੂੰ ਤੂੰ ਨਹੀਂ ਸਮਝਿਆ, ਤੇ ਫਿਰ ਤੇਰਾ ਜੀਵਨ ਅਕਾਰਥ ਹੈ। ਕਿਉਂਕਿ 10ਵੇਂ ਪਾਤਸ਼ਾਹ ਜੀ ਤੋਂ ਬਾਅਦ ਤੇ ਫਿਰ ਜਿੰਨੇ ਸਿੱਖ ਹੋਏ ਉਹਨਾਂ ਦਾ ਤੇ ਜੀਵਨ ਇਸ ਹਿਸਾਬ ਨਾਲ ਅਕਾਰਥ ਚਲਾ ਗਿਆ ਨਾ, ਵੀ ਗੁਰੂ ਹੀ ਹੈ ਨਹੀਂ। ਇਸ ਲਈ ਵਿਚਾਰ ਉਹੀ ਹੈ ਕਿ ਗੱਲ ਸਾਰੀ ਗਿਆਨ ਦੀ ਹੈ, ਸਿੱਖਿਆ ਦੀ ਹੈ। ਜੇ ਉਸ ਵਿਚਾਰ ਨੂੰ ਮੰਨਿਆ ਨਹੀਂ, ਸੁਣਿਆ ਨਹੀਂ, ਸਮਝਿਆ ਨਹੀਂ, ਤੇ ਫਿਰ ਗੁਰੂ ਨਾਲ ਕੋਈ ਸਾਂਝ ਵੀ ਨਹੀਂ ਹੈ। ਇਸ ਨੂੰ ਆਪਾਂ ਜੋ ਇਸ ਸ਼ਬਦ ਦੇ ਵਿੱਚੋਂ ਵਿਚਾਰ ਰਹੇ ਹਾਂ, ਜਿਨ ਗੁਰੂ ਨਾ ਦੇਖਿਓ ਨਹਿ ਕੀਓ, ਤੇ ਅਕਿਅਥ ਸੰਸਾਰ ਮੈਂ। ਹੁਣ ਗੁਰੂ ਅਸੀਂ ਮੌਜੂਦਾ ਸਮੇਂ ਕਿਹਨੂੰ ਧਾਰਨ ਕਰਨਾ? ਧੰਨ ਗੁਰੂ ਗ੍ਰੰਥ ਸਾਹਿਬ ਜੀ ਹੀ ਗੁਰੂ ਹੈ, ਬਾਣੀ ਹੀ ਗੁਰੂ ਹੈ। ਤੇ ਗੁਰੂ ਸਾਹਿਬਾਨ ਨੇ ਆਪਣੇ ਹੁੰਦਿਆਂ ਹੋਇਆਂ ਹੀ 5ਵੇਂ ਜਾਮੇ ਵਿੱਚ ਹੀ ਇਹ ਵਿਚਾਰ ਸਪਸ਼ਟ ਕਰ ਦਿੱਤੀ ਸੀ। 5ਵੇਂ ਪਾਤਸ਼ਾਹ ਜੀ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ 1604 ਵਿੱਚ, ਤੇ ਉਦੋਂ ਹੀ 5ਵੇਂ ਪਾਤਸ਼ਾਹ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਦਿੱਤਾ, ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਬੜੇ ਸਤਿਕਾਰ ਦੇ ਨਾਲ ਪ੍ਰਕਾਸ਼ਿਤ ਕੀਤਾ। ਫਿਰ ਜਦੋਂ ਸੁਖਾਸਨ ਹੋਇਆ ਤੇ ਇਤਿਹਾਸ ਕਹਿੰਦਾ ਹੈ ਕੋਠਾ ਸਾਹਿਬ ਦੇ ਵਿੱਚ ਅਕਾਲ ਤਖਤ ਦੇ ਨੇੜੇ ਉੱਥੇ ਸੁਖਾਸਨ ਕੀਤਾ, ਜਿੱਥੇ ਗੁਰੂ ਸਾਹਿਬ ਜੀ ਆਪ ਵਿਸ਼ਰਾਮ ਕਰਦੇ ਸਨ, ਤੇ ਆਪ ਉਹ ਫਿਰ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਜੀ ਤੋਂ ਨੀਵਾਂ ਹੀ ਰੱਖਦੇ
भी असीं भुंजे ही आसन लावांगे ते गुरु ग्रंथ साहिब जी साडे पलंग ते विराजमान होणगे। भाव के सत्कार दिता कि बाणी ही गुरसिख दा आधार है, गुरबाणी नाल ही सारी सांझ है। तो इस तो पहला आपां विचारिया कि जे बाणी भी आपां ना कहिए तो शब्द आ गया। शब्द भाषा बोली ਉਹਦੇ ਨਾਲ ही साड़ी एक दूजे नाल सांझ है। सारे संसार की जे आपां गल कीती मुੱਢ विच ते ब्रह्म की उत्पत्ति शब्द तो है। वो आवाज़ नाद जिहदे तो ये संसार रचिया जाता है तो ये सारी विचार चलती है शब्द के आले दुआले। हुण जदों शब्द दे नाल कोई विचार नहीं, शब्द करके कोई सांझ नहीं, तो इस तरह है जिवें असीं आए धन गुरु ग्रंथ साहिब जी के पावन स्वरूप का भी सत्कार है। जो स्वरूप दिखाई देवे आकार के रूप दे विच उसनूं असीं नतमस्तक हुंदे आ, पर वो एक क्रिया है। इस तो भी वड्डी विचार की है कि जदों गुरु दे नाल सांझ बने। बाणी दे विचों जे आपां विचार लईए तो गुरु साहिब जी की बाणी की विचार है, हर का बिलोवना बिलोवो मेरे भाई, सहज बिलोवो जैसे तत ना जाई। कहते परमात्मा वाला रिड़कना जे तू रिड़कना है, जे तैनू मक्खण चाहिदा तत, तो फिर भाई रिड़कण का एक ढंग है। तन कर मटकी मन माहे बिलोई, इस मटकी में शब्द संजोई। शरीर तेरा तैनू मिल गया तो समझो तेरे को मटकी तो हैगी है। तन कर मटकी मन माहे बिलोई, मन भी है सारिਆਂ ਕੋਲ। मन दे विच पा शब्द नूं, इस मटकी में शब्द संजोई। शब्द रूपी दही इहदे विच जमा, ये शब्द रूपी दुध नूं दही नूं अंदर टिका ते सहजे सहजे रिड़क। सहज बिलोवो जैसे तत ना जाई, बिलोवना बिलोवना रिड़कना सहज दे नाल कहंदे करो ये क्रिया। ਇਹਦੇ ਵਿੱਚ ਕਾਲੀ नहीं करनी, ਇਹਦੇ ਵਿੱਚ जो फिर ਉਹ ਉੱਥੇ फिर विचार आ जाने कि ਉਹਦੇ प्रति भी विद्वान चिंतत ने भी ये की ढंग बना लिया। अखंड कीर्तनीय सिंह वाहिगुरू का जाप करते तो ਉਹਦੇ ਵਿੱਚੋਂ ਜਿਹੜੇ ਬਜ਼ੁਰਗ ਸਿੰਘ ਨੇ ਉਹੀ ਕਹਿੰਦੇ ਨੇ, ਹਦਾਇਤਾਂ ਦੇ ਰਹੇ ਵੀ ਇਹ ਤੁਸੀਂ ਕਿਹੜੇ ਪਾਸੇ ਲੈ ਗਏ ਕੀਰਤਨ ਨੂੰ। ਕਹਿੰਦੇ ਇਹ ਕੋਈ ਮਰਿਆਦਾ ਨਹੀਂ ਸੀ ਇਸ ਤਰ੍ਹਾਂ ਦੀ, ਵੀ ਵਾਹਿਗੁਰੂ ਵੀ ਨਹੀਂ ਬੋਲਦੇ, ਪਤਾ ਨਹੀਂ ਹੋਰ ਹੀ ਆਵਾਜ਼ਾਂ ਕੱਢੀ ਜਾਂਦੇ ਨੇ। ਇਹ ਕੋਈ ਐਸਾ ਕੋਈ ਵੀ ਸਿਆਣਾ ਸੂਝਵਾਨ ਕਿਸੇ ਮਨੁੱਖ ਨੂੰ ਪੁੱਛ ਲਓ, ਭਾਵੇਂ ਉਹਨੂੰ ਜਿੰਨਾ ਮਰਜ਼ੀ ਘੁਮਾ ਫਿਰਾ ਕੇ ਗੋਲ ਮੋਲ ਜਾਂ ਹੋਰ ਕਿਤੋਂ ਵੀ ਤਰਕ ਕਰਕੇ ਗੱਲ ਕਰੀ ਜਾਣ ਕਹੀ ਜਾਣ, पर गुरु साहिब जी की बाणी की सुभाविक ही विचार है, बड़ी सरल जी है और आम मनुख नूं भी ये सहजे ही समझ आ जाती है भी ये तो गल सहज दी है, आनंद दी है। भी ऐसा नहीं है कि होके ला ला के जोर ला ला के या वो आवाज़ वाहिगुरू की हुंदी ही नहीं, होर कुछ दा कुछ बना लिया। भड़काहट दे विच वो इसे लिए विद्वान सज्जण आखदे भी कीरतन दे पहला जो गुरु साहिब जी दे समय वो तो कीरतन वो तो राग विच ही हुंदा, ਉਹਦੇ ਵਿੱਚ आनंद वखरा, वो राग सी मध्यम। हुण चलो जिवें जिवें सुभाव बदलिया, मैं पहला भी गल कीती सी कि ਉਹਦੇ ਵਿੱਚ कुछ कारण ऐसे भी रहे कि जो मूल राग विद्या तो जाणू ने उन्हां दी अपनी शिकायत है। वो कहिंदे भी साडी कदर नहीं होई ते असीं हौली हौली ये विद्या छड्ड दित्ती। जिस तरह संगत का रुझान से भी संगतां थोड़ा भड़कीले जे उदां दे म्यूजिक उदां दियां टूना सुनदियां चाहुंदियां सन, हौली हौली वो करन लग गए रीतां वाला कीर्तन, ओह जिहां ट्यूनां वाला, ते राग विद्या हौली हौली अलोप हो गई। कुछ किने सांभी है तो उस विचार विच इस तरह भी है भी जदों जानकारी ना होवे तो रस भी संगत नूं नहीं आउंदा। संगतां भी आखदियां भी पता नहीं हेक जी लाई जांदे भी गीत जे वांगू वजा के कुछ इदां जिवें गाने वजदे उदां, क्योंकि असर साडे मन ते गाउण दा हुंदा है, पर वो भी सहज दे नाल ही है। वो आनंद जिहदे जीवन च बने वो इस गल नूं जाणदे। जो अज दे समय दे विच ਵਪਾਰ ਦੇ ਖੇਤਰ ਦੇ ਵਿੱਚ ਇਹ ਨੁਕਤਾ ਵਰਤਿਆ ਜਾਂਦਾ ਹੈ ਵੀ ਜਦੋਂ ਅਸੀਂ ਕਿਤੇ ਮਾਲ ਦੇ ਵਿੱਚ ਕੁਝ ਖਰੀਦਣ ਜਾਈਏ ਤੇ ਉਹ ਮਨੋਵਿਗਿਆਨ ਇਹ ਕਹਿੰਦਾ ਹੈ ਕਿ ਉੱਥੇ ਜੋ ਮਿਊਜ਼ਿਕ ਚੱਲੇਗਾ, ਜੋ ਗੀਤ ਚੱਲਣਗੇ, ਧੁਨ ਉਹ ਮੱਧਮ ਚੱਲਣੀ ਚਾਹੀਦੀ ਹੈ, ਐਨ ਠਰਮੇ ਵਾਲੀ, ਸਹਿਜ ਵਾਲੀ। ਕਿਉਂ? ਕਹਿੰਦੇ ਵੀ ਲੋਕ ਹੌਲੀ ਹੋ ਜਾਂਦੇ ਨੇ, ਸਮਾਨ ਖਰੀਦਣ ਲੱਗੇ, ਵੇਖਣ ਲੱਗੇ, ਹੌਲੀ ਹੌਲੀ ਤੁਰਦੇ ਨੇ। ਜੇ
तेज वाला उत्थे म्यूजिक वजे, काली वाला, तो फिर वो मनुख के शरीर ते असर तुरंत कर दिंदा, दिमाग ते, तन ते, मन ते मनुख काली काली विच हो जाता है। हुण चलो ये तो दुनियावी विग्यान दे विच उदाहरण आपां लै लई ना, भी चलो ते धर्म की गल छड्ड भी दईए, कई ज़्यादातर नूं ये धर्म वाली विचार हजम नहीं होंदी, भी नहीं जी ठीक है, ये किहड़ी गल गलत हो गई, भी राग ही क्यों जरूरी, सहज विच ही क्यों भाई शब्द पढ़ना जां जपना, बई समा जिहदे कोल होवे वो आनंद विच सहज विच पढ़े। किते हाँ ऐसियां विचारां बन चुकियां, वो इसे करके ही विद्वान सज्जने आखदे भी अखंड पाठ तो कोई समय की जरूरत सी, उदों किते औखे वेलियां 'च चीज़ शुरू हुई सी, अज नाल इहदा कोई संबंध नहीं सी भी इन्ने घंटियां दे विच पढ़ के उठना ही उठना। वो किन्नी क सही पढ़ी जाती पता आपां सारिआं नूं ही है, वो तो किसी तो लुकिया ही नहीं ना भी वो इन्ने 48 घंटियां दे विच किन्ना क पाठ ठीक हो जाता। किहो जी किहड़ी कोई मजबूरी पाई गई गुरु साहब जी दे वल्लों भी इन्ने चिर दे विच तुसीं ये सारा कुछ करके हाँ हुण पाठ हो गया, उहदे विच 11 मैं कर ले, मैं 21 कर ले, मैं 51 कर ले, मैं लड़ी चलाई हुई है ना, सुनन वाला ना उत्थे जिहड़े पढ़न वाले वो भी आपां नूं पता ही है, मैं भी उहदे विच ही शामिल हाँ भी जदों पता है समा इन्ने वज के इन्ने मिनट ते भी शुरू करनी, इन्ने वज के इन्ने समाप्ति सारी, ते वो ठीक हो गया, सारे कुछ नूं ते आपां माया दे विच बंन दिता। चलो वखरा जे वखरी विचार करिए तो उहदे विच सहज दे नाल बाणी विचों आपां विचार कीते, सहज बिलोवो जैसे तत ना जाई, ते वो की है मन दे मन रूपी भांडे च इस तन रूपी मटकी दे विच भई शब्द नूं वसाउणा है, शब्द नूं अंदर टिकाओ, डिठै मुकत ना होवई जिचर शब्द ना करे विचार, उदों तक मक्खण नहीं प्राप्त होना, तत नहीं मिलना, हाँ थिंदा क मिल सकदा है, क्योंकि वो विचार इस तरह पेश कर दी जाती कि गुरु हर राय पातशाह जी के जीवन नाल जुड़ी शायद घटना भी ठीकरी उन्होंने लभी तो ठीकरी नूं थिंदा लगा सी, ते गुरसिखां नूं गुरु साहब जी ने जो पहला सवाल किया गया सी सिखां वल्लों कि सतगुरु जी बाणी समझ नहीं आउंदी, वैसे पढ़ लईए तो कोई असर हुंदा है, गुरु साहब जी ने आख्या भी दे देंगे जवाब, तो ठीकरी चुकवाई, वो साखी है। वेखो गुरबाणी की विचार अपनी थां ते साखी है, तो साखी विच विचार है कि गुरु हर राय पातशाह जी ने ठीकरी मंगवाई, तो वह ठीकरी पहला चाटी सी, उहदे विच दही ते दुध रखा जाता सी, ते वह थिंदा लगा सी, ते हजूर ने आख्या भी ये थिंदी क्यों है, तो सिखा ने आख्या भी सतगुरु जी चाटी है, तो ये दुध दही बहुत समय तक रहा तां थिंदा रह गया, तो पातशाह जी ने आख्या भी इदां ही बाणी पढ़ो, चलो ना भी समझ आए तो फिर भी असर उहदे ते रहिंदा। हुण थिंदा लैना वखरी गल है, जिन्हों चाहिए ही मक्खण होवे, जिन्हों ताती चाहिए वो थिंदे तक क्यों रहे, थिंदा भी ठीक गल है, जदों मैं मेरे को टाइम बहुता नहीं, मैनू समझ अजे नहीं, तो मैं थोड़ी पढ़ लवां, जां मैनू नहीं भी समझ आ रही, वह ये अर्थ नहीं कि मैं सुननी ही बंद कर देवां, चंगी गल है, सारे ही सुनिए सारे ही पढ़िए, पर अगे दी विचार के उत्थे ही खलो जाना सारी उम्र कि हाँ मैं गुरबाणी का आ पाठ करन लग गया, करन तो बाद हाँ मैं सारी उम्र ही हो गई मैं पाठ करदा जी, ਉਹਦੇ अर्थ मैनू नहीं पता, ਉਹਦੇ ਚ दस्या की गया मैनू नहीं पता, गुरु साहब जी ने की समझाया मैनू नहीं पता, मैं मनना कदों है, मनना तो मैं तां ही ना जे मैनू पता होवे, ते जे आपां कहिए कि ये मैं दूजे ते ही निर्भर रवां विद्वानां ते भावें मैं आ भावें कोई है, विद्वानां नू ठीक है सुन लवो तुसीं, कोई विरले ही रह गए, नहीं तो हालात बहुत माड़े ने आपां सारे ही जानते हैं, इन्ना एतबार करन दी लोड़ नहीं है, बहुत बहुत तरह दियां विचारां ने, उहदे विच किसे दी किसे नाल सहमति नहीं बननी, भावें मैं ही गुरबाणी दे शब्दां दे अर्थ करी जावां, ठीक है आधार है किसे नूं आप जी सुनो, मैं नहीं कहंदा विद्वान सारे माड़े, बड़े बड़े वड्डे विद्वान ने कौम विच बड़ी मेहनत करन वाले, नाम दे रसीए भी बाणी पढ़न वाले, परमात्मा की बड़ी जिन्हां ते किरपा रंग लगे ने वो भी हैगे। हुण भाव अर्थ तो यही है ना कि जो गुरु बाणी दे लड़ गुरु साहब जी ने लाया वो है शब्द गुरु, तो शब्द गुरु नूं अपने जीवन का असीं हिस्सा बनाउणा है, तो शब्द गुरु दे ही दर्शनां दा अंतरीव भाव हुंदा है, गुरु नाल गलबात सांझ, जे असीं बाहरों ही देखिया, जे असी विचार नहीं कीती, ते गुरु साहब जी आखते ने सतगुर नूं सब को देखदा जेता जगत संसार,
डिठै मुकत ना होवई, जिचर शब्द ना करे विचार। सेवक सिख पूजन सब आवै, सब गावै हर हर उत्तम बाणी। गाव्या सुनिया तिनका हर थाए पावै, जिन सतगुर की आग्या सत सत कर मानी। गुरु साहिब जी की आग्या जिन्हें मन्नी, ਉਹਦਾ ਗਾਵਿਆ ਤੇ ਸੁਣਿਆ ਥਾਂ ਪੈਂਦਾ। ਇਹ ਪਾਤਸ਼ਾਹ ਜੀ ਦੀ ਬਾਣੀ ਦੇ ਹੀ ਪ੍ਰਮਾਣ ਨੇ। ਪ੍ਰਮਾਣ ਇੰਨੇ ਹੀ ਨਹੀਂ, ਪ੍ਰਮਾਣ ਹੋਰ ਵੀ ਬਹੁਤ ਸਾਰੇ ਨੇ, ਜਿਹਦੇ ਵਿੱਚ ਵਿਚਾਰ ਸਪਸ਼ਟ ਜੀ ਇਹੀ ਹੈ ਕਿ ਗੁਰਬਾਣੀ ਹੀ ਗੁਰੂ ਹੈ ਸਿੱਖ ਲਈ। ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 1708 ਦੇ ਵਿੱਚ ਸਾਨੂੰ ਸ਼ਬਦ ਗੁਰੂ ਦੇ ਲੜ ਲਾਇਆ। ਸ਼ਬਦ ਹੀ ਸਾਡੇ ਜੀਵਨ ਦਾ ਆਧਾਰ ਹੈ। ਜਿਸ ਸ਼ਬਦ ਵਿੱਚ ਪਰਮਾਤਮਾ ਦੀ ਹੀ ਗੱਲ, ਨਾਮ ਦੀ ਹੀ ਵਿਚਾਰ, ਹੋਰ ਕੋਈ ਦੁਨਿਆਵੀ ਵਿਚਾਰ ਨਹੀਂ। ਜਿਹੜੀਆਂ ਦੁਨਿਆਵੀ ਗੱਲਾਂ ਕੀਤੀਆਂ ਉਹਨਾਂ ਨੂੰ ਕਰਨ ਦਾ ਭਾਵ ਵੀ ਇੱਕ ਦੇ ਨਾਲ ਜੋੜਨਾ ਹੀ ਹੈ। ਤੇ ਇੰਜ ਕਹੀਏ ਸੱਚਾ ਗੁਰੂ, ਸੱਤ ਦੀ ਵਿਚਾਰ, ਸੱਚੇ ਨਾਮ ਦੀ ਗੱਲ ਜਿਸ ਸ਼ਬਦ ਵਿੱਚ ਹੈ, ਉਹੀ ਸ਼ਬਦ ਗੁਰੂ ਸਾਡੇ ਜੀਵਨ ਦਾ ਆਧਾਰ ਹੈ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਜੇ ਸੇਵਕ ਬਣ ਕੇ ਮੰਨੀਏ ਤੇ ਮੰਨਾਂਗੇ ਉਹੀ ਗੱਲ ਜਿਸ ਦਾ ਸਾਨੂੰ ਪਤਾ ਲੱਗ ਜਾਏ, ਜਿਹੜੀ ਸਾਨੂੰ ਸਮਝ ਵਿੱਚ ਆ ਜਾਏ। ਸੋ ਜਿਵੇਂ ਵੀ ਆਪਾਂ ਵਿਚਾਰ ਲਈਏ, ਮੂਲ ਭਾਵ ਇਹੀ ਹੈ, ਸਾਰੀ ਸਾਂਝ, ਸਾਰਾ ਗਿਆਨ ਸਾਨੂੰ ਸ਼ਬਦ ਨਾਲ ਹੁੰਦਾ ਹੈ। ਤੇ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਗੁਰੂ ਦੇ ਰੂਪ ਵਿੱਚ ਸਾਡੇ ਪਾਸ ਮੌਜੂਦ ਨੇ। ਮਾਨਵਤਾ ਨੂੰ ਗੁਰੂ ਸਾਹਿਬ ਜੀ ਨੇ ਜੋ ਗੁਰੂ ਦਿੱਤਾ, ਉਹ ਦਿੱਤਾ ਸ਼ਬਦ ਗੁਰੂ। ਸਰੀਰਾਂ ਨਾਲ ਨਹੀਂ ਜੋੜਿਆ, ਤਸਵੀਰਾਂ ਨਾਲ ਨਹੀਂ ਜੋੜਿਆ। ਭਾਈ ਸ਼ਬਦ ਇਹ ਗਿਆਨ ਹੀ ਤੁਹਾਡੇ ਕੰਮ ਆਉਣਾ ਹੈ ਤੇ ਗਿਆਨ ਨਾਲ ਹੀ ਜੀਵਨ ਚੱਲਦਾ ਹੈ। ਗਿਆਨ ਕਿਸੇ ਵੀ ਤਰ੍ਹਾਂ ਦਾ ਲੈ ਲਓ, ਜੇ ਗਿਆਨ ਨਹੀਂ ਹੈ ਤੇ ਹਰੇਕ ਥਾਂ ਮਨੁੱਖ ਘਾਟਾ ਖਾਂਦਾ ਹੈ। ਗਿਆਨ ਹੈ, ਭਾਵੇਂ ਉਹ ਵਪਾਰ ਹੈ, ਬਿਜ਼ਨਸ ਹੈ, ਧਨ ਕਮਾਉਣਾ ਹੈ, ਪਰਿਵਾਰ ਚਲਾਉਣਾ ਹੈ, ਹਰੇਕ ਥਾਂ ਗਿਆਨ ਦੀ ਹੀ ਲੋੜ ਹੈ। ਗਿਆਨ ਹੋਵੇ ਮਨੁੱਖ ਨੂੰ, ਸਿਆਣਾ ਹੋਵੇ ਮਨੁੱਖ ਤੇ ਕਾਮਯਾਬ ਹੈ। ਇਵੇਂ ਹੀ ਇਹ ਲੋਕ ਤੇ ਪਰਲੋਕ ਇਹਦੇ ਸੁਹੇਲੇ ਹੁੰਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਵੱਲੋਂ 1708 ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਮਾਨਵਤਾ ਨੂੰ, ਸਿੱਖ ਕੌਮ ਨੂੰ ਲਾਇਆ ਗਿਆ। ਤੇ ਉਹ ਗੁਰਤਾ ਗੱਦੀ ਪੁਰਬ ਜੋ ਅੱਜ ਦੇ ਦਿਨ ਆਪਾਂ ਮਨਾ ਰਹੇ ਹਾਂ, ਸਾਹਿਬ ਕਿਰਪਾ ਕਰਨ ਗੁਰੂ ਸਾਹਿਬ ਜੀ ਦੀ ਬਾਣੀ ਦੀ ਵਿਚਾਰ ਨੂੰ ਅਸੀਂ ਪੜ੍ਹ ਕੇ ਸਮਝ ਕੇ ਆਪਣੇ ਜੀਵਨ ਨੂੰ ਬਾਣੀ ਦੇ ਅਨੁਸਾਰ ਬਣਾਈਏ। ਗੁਰੂ ਸਾਹਿਬ ਐਸੀ ਕਿਰਪਾ ਕਰਨ, ਭੁੱਲਾਂ ਦੀ ਖਿਮਾ। ਗੁਰੂ ਫਤਿਹ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।